ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਸਭ ਜੀ ਨੂੰ ਪਤਾ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਰਮਤ ਸਦਕਾ ਦਾਸ ਵੱਲੋਂ ਆਸਾ ਕੀ ਵਾਰ ਦੀ ਲੜੀਵਾਰ ਵਿਚਾਰ ਕਰਨ ਦਾ ਜੋ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਸੋ ਅੱਜ ਆਪਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਕੀ ਵਾਰ ਉਸ ਦੀ ਤੀਸਰੀ ਪੌੜੀ ਨੂੰ ਵਿਚਾਰਨ ਦਾ ਯਤਨ ਕਰਾਂਗੇ। ਜਿਵੇਂ ਪਾਤਸ਼ਾਹ ਜੀ ਦਾ ਬਚਨ ਹੈ, ਪੌੜੀ ਆਪੀਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਹਿਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਓ ਨਾ ਹੋਵੀ ਪਾਉ ਦੀ ਹੁਣ ਸੁਣਿਐ ਕਿਆ ਰੁਆਇਆ, ਮਨ ਅੰਧੈ ਜਨਮ ਗਵਾਇਆ, ਮਨ ਅੰਧੈ ਜਨਮ ਗਵਾਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਜੀਆਂ ਦੀ ਹਾਲਤ ਨੂੰ ਬਿਆਨ ਕਰਦੇ ਨੇ, ਜਿਹੜੇ ਜੀਵ ਗੁਰੂ ਦੇ ਹੁਕਮ ਨੂੰ ਨਾ ਮੰਨ ਕੇ ਆਪਣੇ ਮਨ ਦੇ ਪਿੱਛੇ ਦੌੜਦੇ ਹਨ। ਪਾਤਸ਼ਾਹ ਜੀ ਬਚਨ ਕਰਦੇ ਨੇ, ਆਪੀਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ। ਇੱਥੇ ਆਪੀਨੈ ਜੋ ਹੈ ਇਹ ਭੌਰ ਸ਼ਬਦ ਦਾ ਪੜਨਾਮ ਹੈ। ਭਾਵ ਆਪੀਨੇ ਤੋਂ ਭਾਵ ਇੱਥੇ ਜੀਵ ਨੂੰ ਆਖਿਆ ਗਿਆ ਹੈ। ਮਹਾਰਾਜ ਜੀ ਕਹਿੰਦੇ ਜੀਵ ਆਪ ਪਹਿਲਾਂ ਇੱਥੇ ਸੰਸਾਰ ਵਿੱਚ ਰਹਿ ਕੇ ਪਦਾਰਥਾਂ ਨੂੰ ਭੋਗਦਾ ਹੈ, ਤੇ ਕਹਿੰਦੇ ਜਿਸ ਵੇਲੇ ਸਮਾਂ ਉਹਦਾ ਆ ਜਾਂਦਾ ਹੈ ਅਖੀਰਲਾ, ਜਦੋਂ ਜੀਵ ਆਤਮਾ ਇਸ ਸੰਸਾਰ ਨੂੰ ਛੱਡ ਕੇ ਚਲੀ ਜਾਂਦੀ ਹੈ, ਇਸ ਸਰੀਰ ਤੋਂ ਨਿਕਲ ਜਾਂਦੀ ਹੈ, ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਰੀਰ ਇੱਕ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਇੱਥੇ ਭਸਮੜ ਤੋਂ ਭਾਵ ਹੈ ਮਿੱਟੀ ਦੀ ਢੇਰੀ। ਸੋ ਗੁਰੂ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਮਨਮੁਖੀ ਬੰਦਾ ਆਪਣੇ ਆਪ ਨੂੰ ਬੜਾ ਵੱਡਾ ਦੁਨੀਦਾਰ ਸਮਝਦਾ ਸੀ ਕਿ ਮੇਰੇ ਜਿੰਨਾ ਚਲਾਕ ਕੋਈ ਨਹੀਂ, ਮੇਰੇ ਜਿੰਨਾ ਸਿਆਣਾ ਕੋਈ ਨਹੀਂ, ਮੇਰੇ ਕੋਲ ਰੁਤਬਾ ਹੈ, ਮੇਰੇ ਕੋਲ ਧਨ ਹੈ, ਮੇਰੇ ਕੋਲ ਪੈਸਾ ਹੈ। ਪਰ ਕਹਿੰਦੇ ਜਿਸ ਵੇਲੇ ਅਖੀਰ ਦਾ ਸਮਾਂ ਆਇਆ, ਮੌਤ ਨੇ ਕੀ ਕੀਤਾ, ਉਹਦੇ ਗਲ ਦੇ ਵਿੱਚ ਸੰਗਲ ਪਾ ਲਿਆ ਤੇ ਉਹਨੂੰ ਆਪਣੇ ਅੱਗੇ ਲਾ ਲਿਆ। ਇੱਥੇ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਾਰ-ਬਾਰ ਦੱਸਣਾ ਕਰਦੇ ਨੇ, ਭਾਈ ਮੌਤ ਇੱਕ ਅਟਲ ਸਚਾਈ ਹੈ। ਇੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਸਾਨੂੰ ਸੁਚੇਤ ਕਰਕੇ ਇੱਕ ਬਚਨ ਕਰਦੇ ਨੇ, ਕਹਿਣ ਲੱਗੇ, ਭਾਈ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਭਾਈ ਇਸ ਸੰਸਾਰ ਨੂੰ ਇੱਕ ਸੁਪਨੇ ਦੀ ਤਰ੍ਹਾਂ ਦੇਖ, ਕਿਉਂਕਿ ਇਸ ਸੁਪਨੇ ਦੇ ਵਿੱਚ ਜੋ ਕੁਝ ਤੂੰ ਦੇਖ ਰਿਹਾ ਹੈ ਉਹ ਸਭ ਕੁਝ ਇੱਕ ਦਿਖਾਵਾ ਹੈ, ਇੱਕ ਝੂਠ ਹੈ। ਕਹਿਣ ਤੋਂ ਭਾਵ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਣਾ ਕਰਦੇ ਪਏ ਨੇ ਕਿ ਅੰਤ ਸਮੇਂ ਦੇ ਵਿੱਚ ਮੌਤ ਨੇ ਤੈਨੂੰ ਆਪਣੇ ਅੱਗੇ ਲਾ ਕੇ ਲੈ ਜਾਣਾ ਹੈ। ਸੋ ਇਸ ਤੋਂ ਪਹਿਲਾਂ ਕੋਈ ਚੰਗੇ ਕਰਮ ਕਰ, ਕਿਉਂਕਿ ਉੱਥੇ ਜੋ ਵੀ ਲੇਖਾ ਜੋਖਾ ਹੋਣਾ ਹੈ ਤੇਰੇ ਕਰਮਾਂ ਦਾ ਹੋਣਾ ਹੈ। ਕਿਉਂਕਿ ਅੱਗੇ ਹੀ ਮਹਾਰਾਜ ਜੀ ਬਚਨ ਕਰ ਦਿੰਦੇ ਨੇ, ਕਹਿੰਦੇ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਨ ਲੱਗੇ, ਕਹਿੰਦੇ ਭਾਈ ਉੱਥੇ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਏਗਾ। ਉੱਥੇ ਨਾ ਹੀ ਕਿਸੇ ਨੇ ਤੇਰਾ ਰੁਤਬਾ ਦੇਖਣਾ ਹੈ, ਨਾ ਹੀ ਕਿਸੇ ਨੇ ਤੇਰੇ ਕੋਲ ਧਨ ਜਿਹੜਾ ਤੂੰ ਇਕੱਠਾ ਕੀਤਾ ਹੈ ਉਸ ਨੂੰ ਦੇਖਣਾ ਹੈ, ਨਾ ਹੀ ਤੇਰੇ ਕਿਸੇ ਅਹੁਦੇ ਨੂੰ ਦੇਖਿਆ ਜਾਣਾ ਹੈ। ਉੱਥੇ ਤੇਰੇ ਕਰਮਾਂ ਨੂੰ ਵਾਚਿਆ ਜਾਣਾ ਹੈ ਕਿ ਤੇਰੇ ਕਰਮ ਕਿਹੋ ਜਿਹੇ ਨੇ, ਤੇ ਕਰਮਾਂ ਅਨੁਸਾਰ ਹੀ ਤੈਨੂੰ ਫਲ ਮਿਲਣਾ ਹੈ। ਸੋ ਪਾਤਸ਼ਾਹ ਜੀ ਇੱਥੇ ਹਕੀਕਤ ਬਿਆਨ ਕਰਦੇ ਪਏ ਨੇ। ਇੱਥੇ ਪਾਤਸ਼ਾਹ ਜੀ ਕਹਿ ਰਹੇ ਨੇ, ਭਾਈ ਇੱਕ ਦਿਨ ਜਿਹੜੀ ਜੀਵ ਆਤਮਾ ਹੈ ਇਸ ਸੰਸਾਰ ਨੂੰ ਛੱਡ ਕੇ ਚਲੀ
ਇਸ ਦਾ ਲੇਖਾ ਤੈਨੂੰ ਦੇਣਾ ਹੀ ਪਵੇਗਾ। ਅਗਲਾ ਬਚਨ ਹੈ, ਥਾਉ ਨਾ ਹੋਵੀ ਪਾਉ ਦੀ, ਹੁਣ ਸੁਣਿਆ ਕਿਆ ਰੁਆਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਮਾੜੇ ਕਰਮ ਕਰਕੇ ਜਾਂਦੇ ਨੇ, ਫਿਰ ਉੱਥੇ ਉਹਨਾਂ ਨੂੰ ਉਹਨਾਂ ਕਰਮਾਂ ਦੀ ਸਜ਼ਾ ਮਿਲਦੀ ਹੈ, ਮਾਰ ਪੈਂਦੀ ਹੈ। ਤੇ ਕਹਿੰਦੇ ਜਦੋਂ ਮਾਰ ਪੈਂਦੀ ਹੈ, ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਉਸ ਸਮੇਂ ਉਹ ਮਨੁੱਖ ਰੋਂਦਾ ਹੈ, ਤੇ ਪਰ ਉਸ ਰੋਂਦੇ ਨੂੰ ਕੋਈ ਵੀ ਸੁਣਦਾ ਨਹੀਂ, ਕਿਉਂਕਿ ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ। ਕਿਉਂਕਿ ਅਸੀਂ ਜੋ ਇੱਥੇ ਕਰਮ ਬੀਜਾਂਗੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਾਰ-ਬਾਰ ਦੱਸਣਾ ਕਰਦੇ ਨੇ, ਭਾਈ ਕਰਮਾਂ ਦੇ ਪ੍ਰਤੀ ਸੁਚੇਤ ਰਹਿ। ਜੋ ਤੂੰ ਕਰਮ ਇੱਥੇ ਬੀਜੇਗਾ, ਤੈਨੂੰ ਉਸ ਦਾ ਫਲ ਭੋਗਣਾ ਹੀ ਪਵੇਗਾ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਥਾਉ ਨਾ ਹੋਵੇ ਪਾਉ ਦੀ। ਕਹਿੰਦੇ ਭਾਈ ਜਦੋਂ ਮਾਰ ਪੈਂਦੀ ਹੈ, ਫਿਰ ਉੱਥੇ ਕਿਸੇ ਨੂੰ ਢੋਈ ਨਹੀਂ ਮਿਲਦੀ, ਕਿਉਂਕਿ ਆਪਣੇ ਕਰਮਾਂ ਦਾ ਲੇਖਾ ਜੋਖਾ ਹੀ ਉੱਥੇ ਦੇਣਾ ਪੈਂਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿਣ ਲੱਗੇ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਟੀ ਬਦਲੇ ਜਾਏ। ਰਾਤ ਤੇਰੀ ਸੌਂ ਕੇ ਬੀਤ ਗਈ, ਤੇ ਜੋ ਦਿਨ ਸੀ ਉਹ ਤੂੰ ਆਪਣਾ ਖਾ ਪੀ ਕੇ ਬਤੀਤ ਕਰ ਲਿਆ, ਪਰ ਪਰਮੇਸ਼ਵਰ ਦੇ ਨਾਮ ਨੂੰ ਤੂੰ ਜਪਿਆ ਨਹੀਂ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੋ ਹੀਰਿਆਂ ਵਰਗਾ ਜਨਮ ਹੈ, ਇਹ ਮਨੁੱਖਾ ਜਨਮ ਕੋਈ ਆਮ ਜਨਮ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ, ਹੀਰੇ ਵਰਗਾ ਤੇਰਾ ਜਨਮ ਸੀ, ਪਰ ਤੂੰ ਉਹਨੂੰ ਕੌਡੀਆਂ ਦੇ ਭਾਅ ਵੇਚ ਰਿਹਾ ਹੈ, ਕਿਉਂਕਿ ਬੰਦਗੀ ਨਾ ਕਰਕੇ, ਸਿਮਰਨ ਨਾ ਕਰਕੇ। ਇੱਥੇ ਮੈਂ ਬੇਨਤੀ ਕਰਨਾ ਚਾਹਾਂਗੀ ਕਿ ਸਾਡੀ ਸਾਰਿਆਂ ਦੀ ਮਿੱਟੀ ਸੇਮ ਹੈ, ਚਮੜੀ ਇੱਕੋ ਜਿਹੀ ਹੈ, ਪਰ ਪਿਆਰਿਓ, ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਜਿਹੜੇ ਰੱਬ ਦੇ ਹੁਕਮ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ, ਉਹਨਾਂ ਨੂੰ ਸੰਤ ਜਨ ਆਖਿਆ ਜਾਂਦਾ ਹੈ, ਉਹਨਾਂ ਨੂੰ ਭਗਤ ਜਨ ਆਖਿਆ ਜਾਂਦਾ ਹੈ। ਲੋਕ ਉਹਨਾਂ ਦੇ ਅੱਗੇ ਨਮਸਕਾਰਾਂ ਕਰਦੇ ਹਨ। ਪਰ ਪਿਆਰਿਓ, ਜਿਹੜੇ ਲੋਕ ਇਸ ਸਰੀਰ ਵਿੱਚ ਰਹਿ ਕੇ ਨਸ਼ੇ ਦੀ ਵਰਤੋਂ ਕਰਦੇ ਨੇ ਜਾਂ ਮਾੜੇ ਕਰਮ ਕਰਦੇ ਨੇ, ਤੇ ਪਿਆਰਿਓ, ਲੋਕ ਉਹਨਾਂ ਨੂੰ ਦੁਰਕਾਰਦੇ ਹਨ। ਤੇ ਕਈ ਵਾਰੀ ਜੇਕਰ ਉਹ ਮਾੜੇ ਕਰਮ ਕਰਨ ਵਾਲਾ ਬੰਦਾ ਸਾਹਮਣੇ ਆ ਜਾਂਦਾ ਏ, ਤੇ ਲੋਕ ਦੁਰਕਾਰ ਕੇ ਕਹਿੰਦੇ ਨੇ, ਅੱਜ ਮੇਰੇ ਭਾਗ ਮੰਦੇ ਨੇ, ਕਿਉਂਕਿ ਇਹ ਬੰਦਾ ਮੇਰੇ ਸਾਹਮਣੇ ਆ ਗਿਆ। ਕਹਿਣ ਤੋਂ ਭਾਵ ਮਿੱਟੀ ਸੇਮ ਹੈ, ਪਰ ਜੇਕਰ ਅਸੀਂ ਦੇਖਿਆ ਜਾਵੇ ਤਾਂ ਅੰਤਰ ਕਿੱਥੇ ਆਇਆ? ਅੰਤਰ ਕਰਮਾਂ ਦੇ ਵਿੱਚ ਆਇਆ। ਸੋ ਇਸੇ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾਉਣਾ ਕਰਦੇ ਨੇ, ਮਨ ਅੰਧੇ ਜਨਮ ਗਵਾਇਆ। ਭਾਈ ਆਪਣੇ ਮਨ ਨੂੰ ਸਮਝਾ, ਕਿਤੇ ਇਹ ਨਾ ਹੋਵੇ ਤੂੰ ਅਗਿਆਨ ਤੇ ਹਨੇਰੇ ਦੇ ਵਿੱਚ ਆ ਹੀਰੇ ਵਰਗਾ ਜਿਹੜਾ ਜਨਮ ਹੈ ਉਹ ਗਵਾ ਲਵੇਂ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਹੈ, ਆ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ ਨਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਈ ਤੈਨੂੰ ਤਾਂ ਕਰਕੇ ਮਿਲਿਆ ਏ, ਤਾਂ ਜੋ ਕਿ ਤੂੰ ਉਸ ਪਰਮੇਸ਼ਵਰ ਦੀ ਬੰਦਗੀ ਕਰ ਸਕੇ, ਭਜਨ ਕਰ ਸਕੇ। ਸੋ ਇਸ ਪੌੜੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੇ ਮਨਮੁਖੀ ਜੀਵ ਦੀ ਗੱਲ ਕੀਤੀ ਹੈ, ਜੋ ਦੁਨੀਆ ਦੇ ਵਿੱਚ ਇੰਨਾ ਖੱਜਤ ਹੋ ਗਿਆ ਕਿ ਉਹਨੂੰ ਆਪਣੇ ਜੀਵਨ ਦਾ ਮੇਨ ਮਨੋਰਥ ਭੁੱਲ ਗਿਆ। ਤੇ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਅੱਗੇ ਜਾ ਕੇ ਜੋ ਬੀਤਦਾ ਹੈ ਉਹਦੇ ਨਾਲ ਗੁਰੂ ਸਾਹਿਬ ਜੀ ਨੇ ਉਹ ਸਾਨੂੰ ਦੱਸਿਆ ਹੈ। ਸੋ ਜਦੋਂ ਅਸੀਂ ਸ਼ਲੋਕਾਂ ਵੱਲ ਆਉਂਦੇ ਹਾਂ, ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਲੋਕਾਂ ਦੇ ਵਿੱਚ